हाल जी, मैं इंद्रजीत सिंह ढिल्लों मीडिया कॉप्स चैनल तो अपना प्रोग्राम विचार वटांदरा लेके हाजिर होया। अज साडे विच मौजूद ने डॉक्टर परमिंदर शर्मा जो कि 2017 ਦੇ ਵਿੱਚ ਇੱਕ MLA ਦੇ ਤੌਰ ਤੇ ਇਲੈਕਸ਼ਨ ਲੜੇ ਸੀਗੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਪੁੱਛਦੇ ਹਾਂ। ਹਾਂਜੀ ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ। बहुत बहुत ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਹੈ ਜਨਤਾ ਨਾਲ ਰੂਬਰੂ ਹੋਣ ਦਾ। ਮੀਡੀਆ ਕਾਰਪਸ ਦਾ ਬਹੁਤ ਬਹੁਤ ਧੰਨਵਾਦ। ਤੇ ਡਾਕਟਰ ਸਾਹਿਬ ਆਪਾਂ ਇੱਕ ਮੁੱਦੇ ਤੇ ਗੱਲ ਕਰੀਏ। ਇੱਕ ਅੱਜ ਕੱਲ੍ਹ ਤੁਸੀਂ ਦੇਖਿਆ ਬੜਾ ਵਿਰੋਧ ਹੋ ਰਿਹਾ BJP ਦੇ ਕੈਂਡੀਡੇਟਸ ਦਾ। ਇੱਕ MLA ਪੰਜਾਬ ਦੇ ਵਿੱਚ ਵੀ ਹੋਇਆ ਵਿਰੋਧ, ਤੁਹਾਨੂੰ ਪਤਾ ਹੈ। ਉਸ ਨੂੰ ਤੁਸੀਂ ਰਾਜਪੁਰ ਵਾਲੇ ਕਾਂਡ ਨਾਲ ਕਿਵੇਂ ਵੇਖਦੇ ਹੋ? ਦੇਖੋ, ਜੋ ਕਿਸਾਨਾਂ ਦੇ ਝੰਡੇ ਦੀ ਆੜ ਲੈ ਕੇ ਵਿਰੋਧੀ ਧਿਰ ਜਿਸ ਵਿੱਚ ਕਮਿਊਨਿਸਟ, ਕਾਂਗਰਸ, ਆਮ ਆਦਮੀ ਪਾਰਟੀ ਔਰ ਕੁਝ ਅਕਾਲੀ ਦਲ ਵੀ ਕਿਤੇ ਇਸ ਗੱਲ ਦਾ ਮੁੱਦਾ ਬਣਾ ਕੇ ਕਿਸਾਨੀ ਦਾ ਝੰਡਾ ਲੈ ਕੇ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਬਦਨਾਮ ਕਰਨ ਵਾਸਤੇ ਔਰ BJP ਦੇ ਵੱਧਦੇ ਕਦਮਾਂ ਨੂੰ ਰੋਕਣ ਵਾਸਤੇ ਆਪਣੀ ਕੋਝੀਆਂ ਹਰਕਤਾਂ ਕਰਦੀਆਂ। ਕਿਸਾਨ ਆਪਣੇ ਖੇਤਾਂ ਵਿੱਚ ਹੈ, ਕਿਸਾਨ ਝੋਨਾ ਲਗਾ ਰਿਹਾ, ਕਿਸਾਨ ਨੇ ਪਿੱਛੇ ਕਣਕ ਦੀ ਫਸਲ ਵੇਚ ਕੇ ਸਿੱਧੇ ਆਪਣੇ ਖਾਤੇ 'ਚ ਪੈਸੇ ਲਏ। ਕਿਸੇ ਕਿਸਾਨ ਦੀ ਕੋਈ ਐਡੀ ਗੱਲ ਨਹੀਂ। ਔਰ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਭਾਰਤ ਸਰਕਾਰ, ਮੋਦੀ ਸਰਕਾਰ, ਨਰਿੰਦਰ ਸਿੰਘ ਤੋਮਰ ਔਰ ਸਮੁੱਚੀ BJP ਦੀ ਟੀਮ ਹਮੇਸ਼ਾ ਹਾਜ਼ਰ ਹੈ। ਕਿਸਾਨਾਂ ਵਾਸਤੇ ਅਸੀਂ ਹਮੇਸ਼ਾ ਉਹਨਾਂ ਦੇ ਹਮਦਰਦ ਹੈ ਔਰ ਮੋਦੀ ਸਰਕਾਰ ਖਾਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੀ ਹੈ। ਅੱਛਾ, ਇੱਕ ਨਵੀਂ ਗੱਲ ਹੋਰ ਆ, ਜਿਵੇਂ ਮਹਿੰਗਾਈ ਵਧੀ ਆ, ਪੈਟਰੋਲ ਵੀ ਵਧਿਆ, ਡੀਜ਼ਲ ਵੀ ਵਧਿਆ, ਗੈਸ ਵੀ ਵਧੇ ਆ। ਜਦੋਂ ਕਾਂਗਰਸ ਸਰਕਾਰ ਦੇ ਵੇਲੇ ਇਹ ਚੀਜ਼ਾਂ ਵਧੀਆਂ ਸੀਗੀਆਂ ਤਾਂ BJP ਨੇ ਨੰਗੇ ਘਰ ਮੁਜ਼ਾਹਰਾ ਕੀਤਾ ਸੀ, ਸਿਲੰਡਰ ਖਾਲੀ ਸਿਲੰਡਰ ਲੈ ਕੇ ਮੁਜ਼ਾਹਰਾ ਕੀਤਾ ਸੀ, ਸਭ ਕੁਝ ਕੀਤਾ ਸੀ। ਹੁਣ ਕਿਉਂ ਚੁੱਪ ਹੈ ਸਾਰੇ? ਦੇਖੋ, ਅਸੀਂ ਤਾਂ ਕਹਿੰਦੇ ਹਾਂ ਕਿ ਬੋਲੇ ਅਮਰਿੰਦਰ, ਕੈਪਟਨ ਅਮਰਿੰਦਰ ਕਿਉਂ ਨਹੀਂ ਬੋਲਦਾ ਪੈਟਰੋਲ ਔਰ ਡੀਜ਼ਲ ਦੇ ਅਗੇਂਸਟ? ਕਿਉਂਕਿ ਵੈਟ ਜਿਹੜਾ ਹੈ ਪੰਜਾਬ ਸਰਕਾਰ ਦਾ ਉਹ ਘੱਟੋ ਘੱਟ 35-40 ਰੁਪਏ ਪਰ ਲੀਟਰ ਹੈ ਔਰ ਉਹ ਵੈਟ ਦਾ ਇਹਨਾਂ ਨੂੰ ਆਮਦਨ ਹੈ। ਇਸ ਕਰਕੇ ਪੰਜਾਬ ਸਰਕਾਰ ਦਾ ਕੋਈ ਮੰਤਰੀ, ਕੋਈ MLA ਮੈਨੂੰ ਦੱਸ ਦਿਓ, ਕੋਈ ਕਾਂਗਰਸ ਦਾ ਪ੍ਰਵਕਤਾ ਇਹ ਇਸ ਬਾਰੇ 'ਚ ਬੋਲਿਆ ਹੋਵੇ ਤਾਂ ਮੈਂ ਤੁਹਾਡੀ ਗੱਲ 'ਚ ਸਹਿਮਤ ਹੋਵਾਂਗਾ। ਅਸੀਂ ਹਮੇਸ਼ਾ ਬੋਲਦੇ ਰਹੇ ਹਾਂ, ਇਸ ਕਰਕੇ ਬੋਲਦੇ ਰਹੇ ਹਾਂ ਕਿ ਉਸ ਵੇਲੇ ਨਾ ਕੋਈ ਕਰੋਨਾ ਸੀ, ਨਾ ਕਿਸੇ ਨੂੰ ਇੰਨੀ ਵੈਕਸੀਨੇਸ਼ਨ ਲਗਾਉਣੀ ਪਈ, ਨਾ ਕਰੋਨਾ ਦੇ ਬੰਦ ਦੇ ਲੋਕਡਾਊਨ ਦੇ ਦਰਮਿਆਨ ਲੋਕਾਂ ਨੂੰ ਮੁਫਤ ਅਨਾਜ ਦੇਣਾ ਪਿਆ ਔਰ ਨਾ ਕਿਸੇ ਨੇ ਮੁਫਤ ਇੱਦਾਂ ਦੇ ਸਿਲੰਡਰਾਂ ਦੀ ਡਿਲੀਵਰੀ ਘਰਾਂ ਤੱਕ ਕਰਾਈ। ਇਹ ਕਾਂਗਰਸ ਨੇ ਉਸ ਵੇਲੇ ਤਾਂ ਬਲੈਕ ਚੱਲਦਾ ਸੀਗਾ, ਤਦ ਅਸੀਂ ਵਿਰੋਧ ਕਰਦੇ ਸੀ। ਦੇਖੋ ਹੁਣ ਗੈਸ ਪੈਟਰੋਲ ਔਰ ਇਹਦੇ ਮੁੱਦੇ ਤੇ ਕਾਂਗਰਸ ਨਹੀਂ ਬੋਲ ਰਹੀ। ਉਧਰ ਬਿਜਲੀ ਦੇ ਕੱਟ ਵੱਧ ਰਹੇ ਆ ਸ਼ਹਿਰਾਂ ਦੇ ਵਿੱਚ, ਥਰਮਲ ਪਲਾਂਟ ਬੰਦ ਰਹੇ ਹੋ ਰਹੇ ਆ। BJP ਨਹੀਂ ਕਰ ਰਹੀ ਕੁਝ ਵੀ, ਉਹ ਵੀ ਐਜੀਟੇਸ਼ਨ ਨਹੀਂ ਕਰ ਰਹੀ। ਕੀ ਨਹੀਂ ਭੁਗਤਾ? ਇਸ ਤਰ੍ਹਾਂ ਹੈ ਕਿ ਵੀ ਅਸੀਂ ਤਾਂ ਹਮੇਸ਼ਾ ਬੋਲਦੇ ਹਾਂ ਬਿਜਲੀ ਦੇ ਕੱਟਾਂ ਪਿੱਛੇ। ਅਸੀਂ ਪਿੱਛੇ ਨੰਗਲ ਵਿੱਚ ਪ੍ਰਦਰਸ਼ਨ ਕੀਤਾ ਔਰ ਸਾਰੇ ਪੰਜਾਬ ਵਿੱਚ ਪ੍ਰਦਰਸ਼ਨ ਹੋਇਆ ਔਰ ਔਨ ਰਿਕਾਰਡ ਹੈ ਕਿ ਵੀ ਅਸੀਂ ਬਿੱਲਾਂ ਦੇ ਜਿਹੜੇ ਕੱਟ ਬਿਜਲੀ ਦੇ ਕੱਟ ਲੱਗੇ ਹੈ ਇਹਦੇ ਵਿਰੁੱਧ ਬਹੁਤ ਆਵਾਜ਼ ਉਠਾਈ ਹੈ ਔਰ ਸਾਰੇ ਸਮੁੱਚੇ ਪੰਜਾਬ 'ਚ ਉਠਾਈ। ਮੀਡੀਆ ਕਾਰਪਸ ਦੇ ਪ੍ਰਿੰਸ ਜੀ ਵੀ ਉੱਥੇ ਹਾਜ਼ਰ ਸੀ ਜਿਸ ਦਿਨ ਅਸੀਂ ਬਿਜਲੀ ਦੇ ਕੱਟਾਂ ਦੇ ਵਿਰੁੱਧ SDO ਨੂੰ ਮੈਮੋਰੈਂਡਮ ਦਿੱਤਾ। BJP ਹਮੇਸ਼ਾ ਲੋਕਾਂ ਦੇ ਹਿੱਤਾਂ ਵਾਸਤੇ ਰਾਖੀ ਕਰਨ ਲਈ ਹਮੇਸ਼ਾ ਸਜਗ ਰਹਿੰਦੀ ਹੈ। ਅਨਿਲ ਜੋਸ਼ੀ ਅੰਮ੍ਰਿਤਸਰ ਤੋਂ 6 ਸਾਲ ਲਈ ਪਾਰਟੀ ਨੇ ਨਿਸ਼ਕਾਸਤ ਕਰਤਾ ਉਹਨਾਂ ਨੂੰ, ਸਿਰਫ ਇੱਕ ਕਿਸਾਨੀ ਮੁੱਦੇ ਤੇ ਬੋਲਣ ਲਈ। ਕੀ ਜਾਇਜ਼ ਹੈ? ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਕਿ ਇਹ ਵਿਸ਼ੇ ਜਿਹੜਾ ਹੈ ਮੇਰੇ ਅਧਿਕਾਰ ਖੇਤਰ ਦਾ ਨਹੀਂ। ਇਹ ਅਨੁਸ਼ਾਸਨ ਸਮਿਤੀ ਸਾਡੀ ਪਾਰਟੀ ਦੇ ਵਿੱਚ ਹੁੰਦੀ ਹੈ ਜੋ ਸਾਰੀ ਗੱਲ ਨੂੰ ਘੋਖ ਕੇ ਕੋਈ ਵੀ ਵੱਡੇ ਤੋਂ ਵੱਡਾ ਇਨਸਾਨ, ਚਾਹੇ ਕੋਈ ਜਿੱਦਾਂ ਮਰਜ਼ੀ ਹੋਵੇ, ਚਾਹੇ ਤੁਸੀਂ ਪਿਛਲੇ ਇਤਿਹਾਸ ਨੂੰ ਝਾਤ ਮਾਰੀਏ ਤਾਂ ਚਾਹੇ ਕਲਿਆਣ ਸਿੰਘ ਜੀ ਸੀਗੇ, ਚਾਹੇ ਸਾਧਵੀ ਆਪਣੀ ਉਮਾ ਭਾਰਤੀ ਜੀ ਸੀਗੇ, ਚਾਹੇ ਮਦਨ ਲਾਲ ਖੁਰਾਨਾ ਜੀ ਸੀਗੇ। ਅਗਰ ਉਹਨਾਂ ਨੇ ਅਨੁਸ਼ਾਸਨਹੀਨਤਾ ਦੀ ਕੋਈ ਗੱਲ ਕੀਤੀ ਹੈ ਤਾਂ ਪਾਰਟੀ ਨੇ ਉਹਨਾਂ ਪਰ ਕਾਰਵਾਈ ਕੀਤੀ ਹੈ। ਪਰ ਲੇਕਿਨ ਮੈਨੂੰ ਜਿੱਥੇ ਪਾਰਟੀ ਦੀ ਇਸ ਉਹਦਾ क्योंकि मैं एक छोटा जिहा कार्यकर्ता हाँ, अनिल जोशी जी भी बहुत अच्छे पार्टी के नेता से। किन्हां कारणा करके होया ये तो पार्टी हाईकमान ही जानती है। मैं एक
अच्छे पार्टी कार्यकर्ता का नाते ये कहना कि मैंने थोड़ा दुख होया कि अनिल जोशी जैसे स्तर के लीडर ਨੂੰ पार्टी चों नहीं सी जाना चाहिए। 2017 ਦੇ ਇਲੈਕਸ਼ਨ ਦੇ ਵਿੱਚ ਕਿਹੜੀਆਂ ਕਮੀਆਂ ਰਹਿ ਗਈਆਂ ਸੀਗੀਆਂ, ਕਿਵੇਂ ਦੇਖਦੇ ਹੋ ਉਹਨੂੰ, ਕਿਵੇਂ ਮਤਲਬ ਆਪਾਂ ਜਿੱਤ ਨਹੀਂ ਸਕੇ ਜਾਂ ਕੁਝ ਵੀ ਹੈ, ਕਿੱਥੇ ਕਮੀ ਰਹਿ ਗਈ ਸੀ? ਸਾਡੀ ਸਭ ਤੋਂ ਵੱਡੀ ਕਮੀ ਇਹ ਸੀ ਜੋ ਮੈਂ ਬਤੌਰ ਉਮੀਦਵਾਰ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨਾਕਾਮਯਾਬੀਆਂ, ਉਹਨਾਂ ਦੇ ਬਹਿਬਲ ਕੜਾ ਔਰ ਕੋਟਕਪੂਰਾ ਬੇਅਦਬੀ ਦੇ ਕਾਂਡ, ਇਹਨਾਂ ਦੇ ਕਰਕੇ ਕਰਪਸ਼ਨ, ਮਾਈਨਿੰਗ, जो कुछ उस वेले हुंदा रहा उसकी गाज भारतीय जनता पार्टी पर भी गिरी और एंटी इनकम्बेंसी हुई। सरकार 10 साल चली। ठीक है, सरदार प्रकाश सिंह बादल बहुत सज्जन मुख्यमंत्री रहे, पर लेकिन जो पिछले 12 तो 17 के समा सीगा मैं महसूस करदा कि उस वेले अगर बेअदबी का जिहड़ा मसला है उसनूं सुचੱਜੇ ढंग नाल संभाल लिया जाता, नशियां का जिहड़ा कारोबार है ਉਹਦੇ ਨੱਥ ਪਾਈ ਜਾਂਦੀ ਤੇ ਐਡੀ ਮਾੜੀ ਹਾਲਤ ਨਹੀਂ ਸੀ। 2022 ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਆ? ਇਹ ਕਿਸਾਨੀ ਮੁੱਦਾ ਭਾਰੂ ਪਊਗਾ ਬੀਜੇਪੀ ਤੇ ਕਿ ਨਹੀਂ ਪਊਗਾ? किसान तो मैं फिर दोबारा वही रिपीट करना चाहना कि मोदी सरकार हमेशा किसानों की हितैषी रही है, उन्होंने हितों की हमेशा राखी करती रही है और अगे भी करते रहेंगे। साडे दरवाजे हमेशा किसानों के लिए सही ढंग नाल गल करन वास्ते खुले हैं। असी कदे किसानों के विरुद्ध नहीं। ये जो लोग किसानी का झंडा लैके अपने राजनीतिक झंडे छड्ड के कांग्रेस वाला कांग्रेस का झंडा लैके चले, आम आदमी पार्टी का आम आदमी पार्टी का झंडा लैके चले, कम्यूनिस्ट कम्यूनिस्टों का झंडा लैके चले, फिर गल करे किसानों की तां समझ आती है। ये आड़ लेंदे किसानी झंडे की गल अपनी राजनीतिक रोटियां सेकते हैं। सो 2022 विच जनता तैयार बैठी है। मोदी जी का ਦੀਆਂ ਨੀਤੀਆਂ जो ਗਰੀਬਾਂ ਦੇ ਪ੍ਰਤੀ, ਮਜ਼ਦੂਰਾਂ ਦੇ ਪ੍ਰਤੀ, जो ਕਿਸਾਨਾਂ ਦੇ ਪ੍ਰਤੀ, जो ਵਪਾਰੀਆਂ ਦੇ ਪ੍ਰਤੀ, जो ਆਮ ਲੋਕਾਂ ਨੂੰ ਸੁਵਿਧਾ ਮਿਲੀ ਹੈ, ਉਹ ਲੋਕ ਜ਼ਰੂਰ ਭਾਜਪਾ ਨੂੰ ਵੋਟ ਪਾਉਣਗੇ। ਪੰਜਾਬ ਦੇ ਵਿੱਚ 117 ਸੀਟਾਂ ਦੀ ਚੋਣ ਲੜ ਰਹੀ ਹੈ। ਕਿਸੇ ਪ੍ਰਵਕਤਾ ਦਾ ਮਤਲਬ ਬੀਜੇਪੀ ਦੇ ਵੱਡੇ ਲੀਡਰ ਦਾ ਬਿਆਨ ਸੀਗਾ ਕਿ ਜਿਹੜੀ ਬੀਜੇਪੀ ਹੈ 117 ਸੀਟਾਂ ਦੀ ਚੋਣ ਲੜ ਰਹੀ ਹੈ। ਹੁਣ ਗੱਲ ਇੱਕ ਨਹੀਂ ਰਹਿ ਗਈ ਡਾਕਟਰ ਸਾਹਿਬ, ਹੁਣ ਗੱਲਾਂ ਕਈ ਬਣ ਗਈਆਂ। ਅਕਾਲੀ ਅਲੱਗ ਹੋ ਗਿਆ, ਬੀਜੇਪੀ ਅਲੱਗ ਹੋ ਗਿਆ, ਆਮ ਆਦਮੀ ਪਾਰਟੀ ਨਵੀਂ ਇੱਕ ਉੱਭਰ ਕੇ ਆ ਰਹੀ ਪਾਰਟੀ ਹੈ, ਉਹ ਕਾਂਗਰਸ ਅਲੱਗ ਹੋ ਗਈ ਹੈ। ਕਾਂਗਰਸ ਮੁੱਦੇ ਹੈ, ਆਪਣਾ ਕੱਟ ਕੋਲੇ ਪਿਆ ਹੋਇਆ, ਉਹ ਵੱਖਰੀ ਗੱਲ ਹੈ। 117 ਸੀਟਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਦੇ ਤੁਸੀਂ ਉਮੀਦ ਕਰਦੇ ਹੋ? ਅਸੀਂ ਤਾਂ ਸਾਡੀ ਬੂਥ ਰਚਨਾ ਔਰ ਪੰਨਾ ਪ੍ਰਮੁੱਖ ਤੱਕ ਜਿਹੜੀ ਰਚਨਾ ਹੈ ਉਹ 117 ਦੀਆਂ 17 सीटां ਤੇ है और अकाली दल भी अगर जितदा सी तो उस विच बहुत बड़ा योगदान भारतीय जनता पार्टी का रहा करता सी। ये गल जिहड़ी है अकाली दल के लीडर भी मानते हैं। इत्थों चोण साडे MP प्रेम सिंह चंदूमाजरा जी प्रोफैसर साहब इत्थों लड़ते सी, वो भी इस गल नूं मन्निया करते सी कि जो बीजेपी का सिस्टम है कि पन्ना प्रमुख तक की रचना है, और जदों वो घूम के देखते सी तां वो इस गल नूं बड़ी तारीफ करते सी इस गल की कि बीजेपी का नैटवर्क बहुत अच्छा है। साडा नैटवर्क तो 117 ਦੀਆਂ 17 सीटां ते है और कदे भी असी ये नहीं सोचिया कि भी असी 23 सीटां लड़ते हैं। अगर अकाली दल भी किते जितदा सी तो वो बीजेपी करके ही जितदा सी। ਹੁਣ ਜੇ ਅਗਰ ਪਾਰਟੀ ਤੁਹਾਨੂੰ ਮੌਕਾ ਦਿੰਦੀ ਹੈ ਇਲੈਕਸ਼ਨਾਂ ਦੇ ਵਿੱਚ, ਆਉਣ ਵਾਲੇ ਜਿਹੜੇ ਇਲੈਕਸ਼ਨ ਹੈਗੇ ਆ, ਤਾਂ ਤੁਹਾਡੇ ਕੀ ਮੰਤਵ ਹੈ ਤੇ ਦੇਸ਼ ਕੀ ਹੋਣਗੇ ਤੁਹਾਡੇ? मैं एक तो धरती पुत्र है, मैं इत्थों का जंपल है और मैं पिछला चुनाव बड़े थोड़े समय विच और विपरीत हालात विच जदों की सरकार तो विरुद्ध हवा चल रही सी, उस वेले भी पूरे हिम्मत दे नाल लड़िया। मेरी पार्टी के वर्करां ने, मेरे साथियों ने इन्नी मेहनत की कि मैं जिथे रोपड़ जिले बाकी श्रोमणी अकाली दल के उम्मीदवार तीजे स्थान पर रहे, मैं बड़िया सम्मानजनक वोटा लैके दूजे स्थान पर रहा और समय की घाट मैं समझदा कि उस वेले बहुत ज़्यादा रही, मैं पूरा हल्का भी कवर नहीं कर पाया। ਹੁਣ ਨੈਕਸਟ ਕੀ ਗੱਲ ਕਰਦੇ ਆਪਾਂ 2022 ਦੇ ਵਿੱਚ ਤੁਹਾਨੂੰ ਮੌਕਾ ਮਿਲਦਾ? मैं इस धरती का धरती पुत्र है। मैनू इस इलाके की एक पिंड की एक गली गली मुहल्ले मुहल्ले की पूरी समस्यावां की नॉलेज है, क्योंकि मेरी परवरिश इत्थे ही हुई है। मैं इसी मिट्टी च खेडिया, इत्थे ही वड्डा होया
ਤੇ ਇੱਥੇ ਹੀ ਵਿਚਰਦਾ, ਇੱਥੇ ਹੀ ਰਾਜਨੀਤੀ ਕਰਦਾ। ਸੋ ਮੈਨੂੰ ਹਰ ਚੀਜ਼ ਦਾ ਵੱਖ-ਵੱਖ ਮੁੱਦਿਆਂ 'ਤੇ ਆਧਾਰਿਤ ਵੀ ਕੀ ਇਸ ਇਲਾਕੇ ਵਿੱਚ ਜ਼ਰੂਰਤ ਹੈ ਇਹ ਮੈਨੂੰ ਪਤਾ ਹੈ। ਔਰ ਜੋ ਇੱਥੋਂ ਦੇ ਲੋਕਾਂ ਨੂੰ ਚੰਡੀਗੜ੍ਹ ਜਾ ਕੇ 1000 2-2000 ਰੁਪਏ ਖਰਚ ਕੇ ਫਿਰ ਉੱਥੇ ਲੀਡਰਾਂ ਦੇ ਮੂਡ ਦੇਖਣੇ ਪੈਂਦੇ ਹੈ ਕਿ ਨੇਤਾ ਜੀ ਦਾ ਮੂਡ ਠੀਕ ਹੈ ਕਿ ਨਹੀਂ ਹੈ। ਕਈ ਤਾਂ ਝਿੜਕਾਂ ਖਾ ਕੇ ਮੁੜ ਕੇ ਆ ਜਾਂਦੇ ਹੈ। ਇੱਕ ਸੁਲਭਤਾ, ਸੌਖਾ ਲੋਕਾਂ 'ਚ ਵਿਚਰਨਾ, ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ, ਉਹ ਭਾਈਚਾਰੇ ਦੇ ਨਾਤੇ, ਇੱਕ ਪੁੱਤਰ ਦੇ ਨਾਤੇ ਬਜ਼ੁਰਗਾਂ ਦਾ ਸਭ ਦਾ ਸਨਮਾਨ ਕਰਨਾ ਔਰ ਇਸ ਇਲਾਕੇ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਇਹ ਮੇਰਾ ਪ੍ਰਮੁੱਖ ਕਾਰਜ ਹੈ। ਇਹ ਸਨ ਜੀ ਡਾਕਟਰ ਪਰਮਿੰਦਰ ਸ਼ਰਮਾ। ਅਸੀਂ ਉਹਨਾਂ ਦੇ ਵਿਚਾਰ ਸੁਣੇ ਆ। ਆਉਣ ਵਾਲੇ ਸੰਭਾਵੀ ਉਮੀਦਵਾਰ ਵੀ ਹੋ ਸਕਦੇ ਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇੰਟਰਵਿਊ ਦੇਣ ਲਈ। ਧੰਨਵਾਦ। ਧੰਨਵਾਦ।